कि मेरे पिता ने सानू समझाउणा चाहे कुछ। एक अज थोड़ी जी 15-20 मिनटां दी विचार होर एक दास दे मन ते आई है। दास ने जरूरी समझिया गुरमुख प्यारे, वो की जिद्दां असीं ਅੰਮ੍ਰਿਤ ਵੇਲੇ ਨੂੰ ਸਾਂਭਦੇ ਹਾਂ ਅਤੇ ਆਪਣੀ ਸਾਰਿਆਂ ਦੀ ਸੋਚ ਹੈ ਕਿ ਮੇਰੇ ਪਾਲਕਾ, ਮੇਰੇ ਮਾਲਕਾ, ਮੇਰਾ ਅੰਮ੍ਰਿਤ ਵੇਲਾ ਸਮ ਜਾਵੇ, ਅੰਮ੍ਰਿਤ ਵੇਲਾ ਯਾਦ ਰਹੇ, ਮੈਂ ਆਪਣਾ ਅੰਮ੍ਰਿਤ ਵੇਲਾ ਕਰਾਂ। ਇਸੇ ਤਰੀਕੇ ਨਾਲ ਗੁਰਮੁਖ ਪਿਆਰਿਓ ਇੱਕ ਹੋਰ ਚੀਜ਼, ਹੋਰ ਸਮਾਂ ਹੈ ਇੱਦਾਂ ਦਾ ਜੋ ਆਪਾਂ ਨੇ ਅੰਮ੍ਰਿਤ ਵੇਲੇ ਤੋਂ ਵੀ ਜ਼ਿਆਦਾ ਉਸ ਨੂੰ ਪਹਿਲ ਦੇਣੀ ਹੈ। ਉਸ ਵੇਲੇ ਨੂੰ, ਉਸ ਸਮੇਂ ਨੂੰ ਆਪਾਂ ਅੰਮ੍ਰਿਤ ਵੇਲੇ ਤੋਂ ਵੀ ਜ਼ਿਆਦਾ ਪਹਿਲ ਦੇਣੀ ਹੈ। ਇਹ ਵੀ ਮਾਲਕ ਨੇ ਦਾਸ ਨੂੰ ਦਰਸਾਈ ਹੈ, ਫੁਰਨਾ ਦਿੱਤਾ ਦਾਸ ਨੂੰ ਕਿ ਸੰਗਤਾਂ ਦੇ ਨਾਲ ਇਹ ਵਿਚਾਰ ਸਾਂਝਾ ਜ਼ਰੂਰ ਕੀਤਾ ਜਾਵੇ। ਵਿਚਾਰ ਇਹ ਹੈ ਗੁਰਮੁਖ ਪਿਆਰਿਓ, ਜਿੱਦਾਂ ਅਸੀਂ ਅੰਮ੍ਰਿਤ ਵੇਲਾ ਸਾਂਭਦੇ ਹਾਂ, ਇਸੇ ਤਰੀਕੇ ਨਾਲ ਅਸੀਂ ਅੰਤਮ ਵੇਲਾ ਵੀ ਸਾਂਭਣ ਦੇ ਲਈ ਉਸ ਦਾ ਵੀ ਅਸੀਂ ਹੀਲਾ ਤੇ ਵਸੀਲਾ ਸਿੱਖੀਏ, ਉਸ ਦਾ ਵੀ ਅਸੀਂ ਢੰਗ ਸਿੱਖੀਏ, ਉਸ ਦਾ ਵੀ ਅਸੀਂ ਗੁਰੂ ਕੋਲੋਂ ਨੌਲੇਜ ਲਈਏ ਕਿ ਮੇਰੇ ਮਾਲਕਾ ਸਾਡਾ ਅੰਤਮ ਸਮਾਂ ਵੀ ਸਾਂਭਿਆ ਜਾਵੇ। ਗੁਰਮੁਖ ਪਿਆਰਿਓ, ਅੰਮ੍ਰਿਤ ਵੇਲਾ ਤੇ ਇੱਕ ਦਿਨ ਖੁੰਝ ਜਾਏਗਾ, 2 ਦਿਨ ਖੁੰਝ ਜਾਏਗਾ, 10 ਦਿਨ ਖੁੰਝ ਜਾਏਗਾ, ਆਪਾਂ ਫਿਰ ਸੰਭਾਲ ਲਵਾਂਗੇ, ਆਪਾਂ ਫਿਰ ਸੰਭਾਲ ਲਵਾਂਗੇ। ਪਰ ਲੇਕਿਨ ਜੋ ਅੰਤਮ ਵੇਲਾ ਹੈ ਨਾ ਗੁਰਮੁਖੋ, ਜੇ ਸਾਡਾ ਇਹ ਖੁੰਝ ਗਿਆ, ਫਿਰ ਸਾਡੇ ਕੋਲੇ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿਣਾ। ਜਾਣ ਵਾਲਾ ਜੀਵ ਤੇ ਹੈ, ਉਸ ਦੇ ਕੋਲ ਤੇ ਪਛਤਾਵਾ ਹੈ ਹੀ ਹੈ, ਪਰ ਲੇਕਿਨ ਜਿਹੜਾ ਗੁਰਮੁਖ ਪਰਿਵਾਰ ਹੈ, ਜੇ ਉਹਨਾਂ ਨੇ ਅੰਤਮ ਵੇਲਾ ਨਾ ਸਾਂਭਿਆ ਤਾਂ ਉਹਨਾਂ ਨੂੰ ਵੀ ਪਛਤਾਵਾ ਹੋਏਗਾ ਗੁਰਮੁਖ ਪਿਆਰਿਓ, ਕਿ ਇਹ ਸਾਡੇ ਕੋਲੋਂ ਕਿੱਡੀ ਵੱਡੀ ਗਲਤੀ ਹੋਈ ਹੈ। ਦਾਸ ਨੂੰ ਮਾਲਕ ਨੇ ਜਣਾਇਆ, ਜਿੰਨੀ ਕੁ ਮਤ ਬੁੱਧ ਹੈ ਦਾਸ ਦੀ, ਉਹ ਦਾਸ ਤੁਹਾਡੇ ਨਾਲ ਗੁਰਮੁਖ ਪਿਆਰਿਓ ਸਾਂਝ ਪਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਕਿੱਦਾਂ ਸੰਭਾਲੀਏ ਅੰਤਮ ਵੇਲੇ ਨੂੰ। ਗੁਰਮੁਖ ਪਿਆਰਿਓ, ਤਕਰੀਬਨ 90% ਜੀਵ ਜਦੋਂ ਅੰਤਮ ਵੇਲਾ ਹੁੰਦਾ ਹੈ, ਉਹ ਆਪਣੇ ਹੱਥਾਂ ਦੇ ਵਿੱਚ ਹੁੰਦਾ ਹੈ, ਆਪਾਂ ਨੂੰ ਪਤਾ ਹੁੰਦਾ ਹੈ, ਪਰਿਵਾਰ ਦੇ ਜੀਵ ਕੋਲ ਹੁੰਦੇ ਆ। 10% ਉਹ ਵੇਲਾ ਇੱਦਾਂ ਦਾ ਹੈ ਕਿ ਜਿਹੜੇ ਅਚਾਨਕ ਐਕਸੀਡੈਂਟ ਵਗੈਰਾ ਹੋ ਜਾਂਦੇ ਆ, ਅਚਾਨਕ ਅਟੈਕ ਆ ਜਾਂਦਾ ਤੇ ਅਚਾਨਕ ਘਰ ਤੋਂ ਬਾਹਰ ਇੱਕਦਮ ਕੋਈ ਮੌਤ ਹੋ ਜਾਂਦੀ ਹੈ। ਚਲੋ ਉਸ ਨੂੰ ਅਸੀਂ ਸੰਭਾਲ ਨਹੀਂ ਸਕਦੇ, ਪਰ ਜਿਸ ਨੂੰ ਅਸੀਂ ਸੰਭਾਲ ਸਕਦੇ ਹਾਂ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ ਗੁਰਮੁਖ ਪਿਆਰੇ। ਉਹ ਕੀ ਹੈ? ਜਿੱਦਾਂ ਕੋਈ ਸਾਡੇ ਪਰਿਵਾਰ ਦਾ ਮੈਂਬਰ, ਕੋਈ ਬਜ਼ੁਰਗ, ਆਪਾਂ ਨੂੰ ਪਤਾ ਹੈ ਕਿ ਇਹ ਬਜ਼ੁਰਗ ਹੈ, ਇਸ ਨੇ ਹੁਣ 2-4 ਦਿਨਾਂ ਦੇ ਵਿੱਚ, 10 ਦਿਨਾਂ ਦੇ ਵਿੱਚ ਆਪਾਂ ਉਸ ਦੀ ਕੰਡੀਸ਼ਨ ਦੇ ਉੱਤੇ ਹਿਸਾਬ ਲਾ ਲੈਂਦੇ ਹਾਂ। ਸਾਰਾ ਹੀ ਪਰਿਵਾਰ ਤਕਰੀਬਨ ਇਕੱਠਾ ਹੋ ਜਾਂਦਾ, ਆ ਜਾਂਦਾ, ਅਤੇ ਉਸ ਵੇਲੇ ਗੁਰਮੁਖ ਪਿਆਰਿਓ ਆਪਾਂ ਇੱਕ ਪਰਨ ਕਰੀਏ, ਪਰਨ ਕਿ ਉਸ ਜੀਵ ਦੇ ਕੋਲ ਅਸੀਂ ਕੋਈ ਵੀ ਦੁਨਿਆਵੀ ਗੱਲ ਨਾ ਕਰੀਏ, ਕਿਉਂਕਿ ਪਹਿਲਾਂ ਸਾਰੀ ਜ਼ਿੰਦਗੀ ਉਸਨੇ ਦੁਨਿਆਵੀ ਗੱਲਾਂ ਕਰ ਕਰਕੇ, ਦੁਨਿਆਵੀ ਗੱਲਾਂ ਸੁਣ ਕੇ ਆਪਣੇ ਮਨ ਨੂੰ ਬੜੀ ਮੈਲ ਲਾ ਲਈ ਹੈ, ਬੜੀ ਮੈਲ ਚਾੜੀ ਹੈ ਗੁਰਮੁਖ ਪਿਆਰਿਓ ਆਪਣੇ ਮਨ। ਪਰ ਹੁਣ ਆਪਾਂ ਨੇ ਕੀ ਕਰਨਾ ਲਾਸਟ ਸਮੇਂ, ਕਿ ਉਸ ਜੀਵ ਦੇ ਕੋਲ ਗੁਰਮੁਖ ਪਿਆਰਿਓ ਕਿਸੇ ਵੀ ਪ੍ਰਕਾਰ ਦੀ ਕੋਈ ਦੁਨਿਆਵੀ ਗੱਲ ਨਾ ਕੀਤੀ ਜਾਵੇ। ਕੀ ਕੀਤਾ ਜਾਵੇ? ਹਰ ਘੜੀ, ਹਰ ਪਲ ਉਸ ਜੀਵ ਦੇ ਕੋਲ ਸਿਮਰਨ ਦਾ ਪਹਿਰਾ ਦਿੱਤਾ ਜਾਵੇ ਗੁਰਮੁਖ ਪਿਆਰਿਓ, ਸਿਮਰਨ ਦਾ ਪਹਿਰਾ। ਬੇਸ਼ੱਕ
ਉਸ ਜੀਵ ਨੇ ਪਹਿਲਾਂ ਨਾਮ ਨਹੀਂ ਜਪਿਆ। ਜੇ ਕੋਈ ਆਪਣੇ ਮਾਤਾ ਪਿਤਾ ਦੀ, ਆਪਣੇ ਭੈਣ ਭਰਾ ਦੀ, ਆਪਣੇ ਸਕਿਆਂ ਦੀ, ਆਪਣੇ ਸੰਗੀ ਸਾਥੀ ਦੀ ਗੁਰਮੁਖ ਪਿਆਰਿਓ ਹੈਲਪ ਕਰਨੀ ਚਾਹੁੰਦਾ, ਜੇ ਕੋਈ ਮਦਦ ਕਰਨੀ ਚਾਹੁੰਦਾ, ਪਹਿਲਾਂ ਅਸੀਂ ਕੁਛ ਨਹੀਂ ਕੀਤਾ, ਜੋ ਕੁਛ ਅਸੀਂ ਕੀਤਾ ਉਸ ਨੂੰ ਕੋਈ ਮਾਇਨਾ ਨਹੀਂ ਰੱਖਦਾ, ਪਰ ਜਿਹੜੀ ਲਾਸਟ ਵੇਲੇ ਅਸੀਂ ਕਿਸੇ ਦੀ ਮਦਦ ਕਰ ਦਾਂਗੇ ਨਾ ਗੁਰਮੁਖ ਪਿਆਰਿਓ, ਇਸ ਤੋਂ ਵੱਡਾ ਕੋਈ ਦੁਨੀਆ ਦੇ ਉੱਤੇ ਪੁੰਨ ਨਹੀਂ ਹੈ। ਅਸੀਂ ਉਸ ਜੀਵ ਤੇ ਦਇਆ ਕਰ ਲਵਾਂਗੇ, ਦਇਆ। ਅਸੀਂ ਸਮਝ ਲਓ ਗੁਰਮੁਖ ਪਿਆਰਿਓ 68 ਤੀਰਥਾਂ ਦਾ ਇਸ਼ਨਾਨ ਕਰ ਲਵਾਂਗੇ, ਜੇਕਰ ਕਿਤੇ ਅਸੀਂ ਉਸ ਜੀਵ ਤੇ ਅੰਤਮ ਸਮੇਂ ਇਹ ਦਇਆ ਕਰ ਲਈਏ। ਪਾਤਸ਼ਾਹ ਦੱਸਦੇ ਹੈ ਨਾ ਗੁਰਬਾਣੀ ਦੇ ਵਿੱਚ, 68 ਤੀਰਥ ਸਗਲ ਪੁੰਨ, ਇੱਕ ਜੀ ਦਇਆ ਪਰਵਾਨ। ਇਹ ਜੀਵ ਦੀ ਗੱਲ ਹੈ ਗੁਰਮੁਖ ਪਿਆਰਿਓ। ਪਾਤਸ਼ਾਹ ਆਪਣੇ ਅੰਦਰ ਵਾਲੇ ਜੀਵ ਦੀ ਵੀ ਗੱਲ ਕਰਦੇ ਹੈ, ਆਪਣੇ ਅੰਦਰ ਵਾਲੇ ਜੀਵ ਤੇ ਵੀ ਆਪਾਂ ਨੇ ਦਇਆ ਕਰਨੀ ਹੈ, ਉਸ ਨੂੰ ਗੁਰਬਾਣੀ ਨਾਮ ਸਿਮਰਨ ਦੇ ਨਾਲ ਜੋੜਨਾ। ਪਰ ਜਿਹੜਾ ਅੰਤਮ ਵੇਲੇ ਜੋ ਆਪਣਾ ਵਿਸ਼ਾ ਹੈ, ਅੱਜ ਆਪਾਂ ਇਸ ਵਿਸ਼ੇ ਤੇ ਚੱਲੀਏ। ਆਪਾਂ ਉਸ ਜੀਵ ਦਾ ਅੰਤਮ ਵੇਲਾ ਹੈ ਜੋ ਉਹ ਸੰਭਾਲਣਾ, ਇਹ ਆਪਾਂ ਨੇ ਉਸ ਦੇ ਉੱਤੇ ਪੁੰਨ ਕਰਨਾ, ਫਿਰ ਸਾਨੂੰ 68 ਤੀਰਥਾਂ ਦਾ ਇਸ਼ਨਾਨ ਸਾਡਾ ਮੰਨਿਆ ਜਾਏਗਾ। ਹੁਣ ਕਰਨਾ ਕੀ ਹੈ ਕਿ ਉਸ ਜੀਵ ਦੇ ਕੋਲੇ ਅੰਤਮ ਸਮੇਂ 2 ਦਿਨ ਵੀ ਰਹਿੰਦੇ ਹੋਣ, 4 ਦਿਨ ਵੀ ਰਹਿੰਦੇ ਹੋਣ, 10 ਦਿਨ ਵੀ ਰਹਿੰਦੇ ਹੋਣ, ਆਪਾਂ ਉਸ ਦੇ ਕੋਲ ਬਹਿ ਕੇ ਸਿਮਰਨ ਕਰੀਏ। ਆਪਣੇ ਕੋਲੋਂ ਸਿਮਰਨ ਇਕੱਲਿਆਂ ਕੋਲੋਂ ਨਹੀਂ ਹੁੰਦਾ, ਪਰਿਵਾਰ ਦੇ ਮੈਂਬਰਾਂ ਦੀ ਡਿਊਟੀ ਲਾ ਲਈ, ਘੰਟਾ ਅੱਧਾ ਘੰਟਾ। ਜੇ ਉਹ ਵੀ ਇੰਨਾ ਨਹੀਂ ਪੁੱਗਦਾ ਤਾਂ ਵਿੱਚ ਦੀ ਕੁਝ ਸਮਾਂ ਅਸੀਂ ਜੋ ਸਿਮਰਨ ਵਾਲੀ ਚਿੱਪ ਹੈ ਉਹ ਉਸ ਦੇ ਕੋਲ ਲਾ ਦਈਏ। ਚਿੱਪ ਵੀ ਅਵੇਲੇਬਲ ਨਹੀਂ ਹੈ ਤਾਂ ਆਪਾਂ ਮੋਬਾਈਲ ਤੇ ਸਾਰੇ ਗੁਰਮੁਖਾਂ ਦਾ ਸਿਮਰਨ ਕੀਤਾ ਹੋਇਆ, ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਦਾ, ਬਾਕੀ ਵੀ ਜੀਵਾਂ ਨੇ ਕੀਤਾ, ਉਹ ਕੱਢ ਕੇ ਆਪਾਂ ਉਸ ਜੀਵ ਦੇ ਕੋਲ ਲਾਈਏ। ਪਤਾ ਨਹੀਂ ਗੁਰਮੁਖ ਪਿਆਰਿਓ, ਜਿਹੜਾ ਇਹ ਸਵਾਸਾਂ ਦਾ ਧਨ ਹੈ ਕਿਸ ਵੇਲੇ ਪੂਰਾ ਹੋ ਜਾਣਾ, ਸਾਨੂੰ ਨਹੀਂ ਪਤਾ। ਇਹ ਸਵਾਸਾਂ ਦਾ ਭੰਡਾਰਾ ਗੁਪਤ ਹੈ, ਗਿਣਿਆ ਹੋਇਆ ਵੀ ਹੈ ਤੇ ਗੁਪਤ ਵੀ ਹੈ। ਅਤੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਵਿੱਚ ਦੇਖੋ ਅਟੱਲ ਕਰਕੇ ਦੱਸ ਦਿੱਤਾ, ਸੱਚਾਈ ਹੈ ਕਿ ਜੋ ਲਾਸਟ ਸਵਾਸ ਦੇ ਉੱਤੇ ਜਿਸ ਪਾਸੇ ਸਾਡਾ ਧਿਆਨ ਚਲਿਆ ਜਾਂਦਾ, ਸਾਨੂੰ ਉਹ ਅਗਲਾ ਜਨਮ ਤੈਅ ਹੋ ਜਾਂਦਾ ਗੁਰਮੁਖ ਪਿਆਰੇ, ਲਿਖਿਆ ਜਾਂਦਾ ਉਹ ਜਨਮ। ਫਿਰ ਅਸੀਂ ਕਿਉਂ ਨਾ ਆਪਣੇ ਉਸ ਸੰਗੀ ਸਾਥੀ ਦਾ ਅੰਤਮ ਸਵਾਸ ਵੇਲੇ ਕੋਸ਼ਿਸ਼ ਕਰੀਏ ਆਪਣੇ ਵੱਲੋਂ ਕਿ ਉਸ ਦੇ ਧਿਆਨ ਨੂੰ ਅਸੀਂ ਗੁਰਮੰਤਰ ਦੇ ਨਾਲ ਜੋੜ ਦਈਏ। ਆਪਣੇ ਵੱਲੋਂ ਆਪਾਂ ਨੇ ਕੋਸ਼ਿਸ਼ ਕਰਨੀ ਹੈ, ਅਤੇ ਸਾਡੀ ਕੋਸ਼ਿਸ਼ ਕੀਤੀ ਹੋਈ, ਸਾਡੀ ਅਰਦਾਸ ਬੇਨਤੀ ਕੀਤੀ ਹੋਈ, ਪਾਤਸ਼ਾਹ ਕਹਿੰਦੇ ਹੈ ਕਦੇ ਵਿਰਥੀ ਨਹੀਂ ਜਾਂਦੀ, ਕਦੇ ਵੀ ਵਿਰਥੀ ਨਹੀਂ ਜਾਂਦੀ ਗੁਰਮੁਖ ਪਿਆਰਿਓ। ਜੇ ਸਾਡੇ ਕੋਲੇ ਢੰਗ ਹੈ, ਸਾਡੇ ਕੋਲੇ ਤਰੀਕਾ ਹੈ, ਅਸੀਂ ਗੁਰੂ ਦੀ ਮੱਤ ਨੂੰ ਅਪਣਾਏ, ਪਾਤਸ਼ਾਹ ਕਹਿ ਰਹੀ ਹੈ ਗੁਰਬਾਣੀ ਦੇ ਵਿੱਚ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਅਸੀਂ ਮਾਲਕ ਦੇ ਅੱਗੇ ਜੋਦੜੀ ਵੀ ਕਰਨੀ, ਬੇਨਤੀ ਵੀ ਕਰਨੀ ਕਿ ਹੇ ਮੇਰੇ ਮਾਲਕਾ, ਮੇਰੇ ਇਸ ਸੰਗੀ ਸਾਥੀ ਦੇ ਅੰਤਮ ਸਵਾਸ ਦੇ ਉੱਤੇ ਵਾਹਿਗੁਰੂ ਗੁਰਮੰਤਰ ਹੀ ਯਾਦ ਆਵੇ, ਯਾਦ ਆਵੇ। ਸਾਡੀ ਅਰਦਾਸ ਦੇ ਨਾਲ ਸਾਡੀ ਇਹ ਕੋਸ਼ਿਸ਼ ਜੋ ਹੋਏਗੀ ਕਿ ਅਸੀਂ ਉਸ ਦੇ ਕੋਲ ਹਰ ਘੜੀ ਹਰ ਪਲ, ਜਾਂ ਆਪਾਂ ਵਾਰੀ ਬਹਿ ਕੇ ਸਿਮਰਨ ਕਰੀਏ, ਜਾਂ ਫਿਰ ਚਿੱਪ ਦੁਆਰਾ ਕਿਸੇ ਵੀ ਤਰੀਕੇ ਨਾਲ ਆਪਾਂ ਉਸ ਦੇ ਕੋਲ ਸਿਮਰਨ ਲਾ ਕੇ ਰੱਖੀਏ, ਤਾਂ ਕਿ ਸਾਡਾ ਸੰਗੀ ਸਾਥੀ ਇਸ 84 ਲੱਖ ਦੇ ਚੱਕਰ ਤੋਂ ਬਚ ਜਾਵੇ। ਤਾਂ ਫਾਇਦਾ ਹੈ ਗੁਰਮੁਖ ਪਿਆਰਿਓ ਪੁੱਤ ਬਣਨ ਦਾ, ਤਾਂ ਫਾਇਦਾ ਹੈ ਧੀ ਬਣਨ ਦਾ, ਤਾਂ ਫਾਇਦਾ ਹੈ ਭੈਣ ਤੇ ਭਰਾ ਬਣਨ ਦਾ, ਤਾਂ ਫਾਇਦਾ ਹੈ ਤੁਹਾਡੇ ਗੁਰਮੁਖ ਬਣਨ ਦਾ, ਜੇ ਤੁਸੀਂ ਆਪਣੇ ਸੰਗੀ ਸਾਥੀਆਂ ਦੇ ਅੰਤਮ ਵੇਲੇ ਨੂੰ ਸੰਭਾਲ ਲੈਂਦੇ ਹੋ। ਆਪਣੇ ਤੇ ਆਪਣੇ ਗੁਰਮੁਖ ਪਿਆਰਿਓ
ਕਿਸੇ ਵੀ ਜੀਵ, ਕੋਈ ਵੀ ਜੀਵ ਤੁਹਾਨੂੰ ਇਸ ਦਸ਼ਾ ਦੇ ਵਿੱਚ, ਇਸ ਹਾਲਤ ਦੇ ਵਿੱਚ ਮਿਲ ਜਾਂਦਾ ਹੈ। ਇੱਥੋਂ ਤੱਕ ਵੀ ਆਪਣੇ ਟੀਚਰ ਸਾਹਿਬਾਨ ਤੇ ਕਹਿੰਦੇ ਆ ਕਿ ਤੁਹਾਨੂੰ ਕੋਈ ਪਸ਼ੂ ਪਕਸ਼ੀ ਵੀ ਤੜਫਦਾ ਮਿਲ ਜਾਂਦਾ ਹੈ, ਤੁਸੀਂ ਉਸ ਦੇ ਕੋਲ ਖੜ ਕੇ ਵੀ ਸਿਮਰਨ ਕਰ ਸਕਦੇ। ਕੋਈ ਪਸ਼ੂ ਪਕਸ਼ੀ ਵੀ ਤੜਫਦਾ ਮਿਲਦਾ ਹੈ, ਆਪਾਂ ਉਸ ਦੇ ਕੋਲ ਖੜ ਕੇ ਵੀ ਸਿਮਰਨ ਕਰਨੇ। ਜਿਹੜਾ ਇਹ ਪੁੰਨ ਹੈ, ਇਸ ਤੋਂ ਵੱਡਾ ਕੋਈ ਵੀ ਪੁੰਨ ਨਹੀਂ ਹੈ, ਕਿਉਂਕਿ ਆਪਾਂ ਨੂੰ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਬਿਲਕੁਲ ਦੱਸ ਦਿੱਤਾ ਕਿ ਜੋ ਅੰਤਮ ਸਵਾਸ ਦੇ ਉੱਤੇ ਸਾਡੇ ਧਿਆਨ ਜਿਸ ਪਾਸੇ ਵੀ ਹੋਏਗਾ, ਉਹ ਜਨਮ ਸਾਡਾ ਤੈਅ ਹੋ ਜਾਂਦਾ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਅੰਤਮ ਸਵਾਸ ਦੇ ਉੱਤੇ ਸਾਡੇ ਉਸ ਜੀਵ ਦਾ ਧਿਆਨ ਉਸ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵੱਲ ਜਾਵੇ। ਉਸ ਦੇ ਵੱਲ ਤਾਂ ਜਾਏਗਾ ਗੁਰਮੁਖ ਪਿਆਰਿਓ, ਜੇ ਅਸੀਂ ਉਸ ਜੀਵ ਦੇ ਕੋਲ ਦੁਨਿਆਵੀ ਗੱਲਾਂ ਦਾ ਪਰਹੇਜ਼ ਕਰਾਂਗੇ। ਜੇ ਦੁਨਿਆਵੀ ਗੱਲਾਂ ਦਾ ਪਰਹੇਜ਼ ਕਰਾਂਗੇ ਅਤੇ ਸਿਮਰਨ ਦੇ ਨਾਲ ਜੁੜੀਆਂ ਗੱਲਾਂ ਬਾਤਾਂ, ਕਥਾ ਤੇ ਸਿਮਰਨ ਉਸ ਜੀਵ ਦੇ ਕੋਲ ਕਰਾਂਗੇ। ਹੁਣ ਅੰਤਮ ਵੇਲਾ ਖਰਾਬ ਕਿੱਦਾਂ ਹੁੰਦਾ ਹੈ? ਅੰਤਮ ਵੇਲਾ ਅਸੀਂ ਕਿਉਂ ਨਹੀਂ ਸਾਂਭ ਸਕਦੇ? ਕਿਉਂਕਿ ਗੁਰਮੁਖ ਪਿਆਰਿਓ, ਅਗਿਆਨਤਾ ਦੇ ਵਸ ਹੁੰਦੇ ਆ ਆਪਾਂ ਜੀਵ। ਆਪਣੇ ਇੱਕ ਤੇ ਉਸ ਜੀਵ ਦਾ ਮਨ ਨਹੀਂ ਜਾਗਿਆ ਜੋ ਅੰਤਮ ਸਵਾਸਾਂ ਦੇ ਉੱਤੇ ਹੈ, ਇੱਕ ਜੋ ਉਸ ਦੇ ਕੋਲ ਬੈਠੇ ਹੈ ਜੀਵ, ਉਹਨਾਂ ਦਾ ਵੀ ਮਨ ਨਹੀਂ ਜਾਗਿਆ ਹੁੰਦਾ। ਉਹ ਫਿਰ ਕੀ ਕਰਦੇ ਆ? ਰਿਸ਼ਤੇਦਾਰ, ਭੈਣ ਭਰਾ, ਧੀਆਂ ਪੁੱਤ ਇਕੱਠੇ ਹੋ ਜਾਂਦੇ ਆ। ਉਹ ਇਕੱਠੇ ਹੋ ਕੇ ਕੀ ਵਿਚਾਰ ਕਰਦੇ ਆ? ਉਹ ਵਿਚਾਰ ਕਰਦੇ ਹੈ ਕਿ ਮੇਰੇ ਪਿਤਾ ਦੀ ਕੋਈ ਇੰਨੀ ਖਾਸ ਜ਼ਿਆਦਾ ਉਮਰ ਨਹੀਂ ਹੋਈ, ਮੇਰੇ ਪਿਤਾ ਨੇ ਤੇ ਅਜੇ ਹੁਣ ਇੱਥੋਂ ਦਾ ਆਨੰਦ ਲੈਣਾ ਸੀ, ਸੁੱਖ ਲੈਣਾ ਸੀ। ਬੜੀ ਮੁਸ਼ਕਿਲ ਪਿਤਾ ਨੇ ਮਿਹਨਤ ਕਮਾਈ ਕਰਕੇ ਇਹ ਮਕਾਨ ਬਣਾਇਆ ਸੀ, ਕੋਠੀ ਬਣਾਈ ਸੀ। ਮੇਰਾ ਪਿਤਾ ਤਾਂ ਇਸ ਵੇਲੇ ਔਖਾ ਹੈ, ਇਸ ਨੇ ਇਸ ਨੂੰ ਛੱਡ ਕੇ ਚਲੇ ਜਾਣਾ ਹੈ। ਹੁਣ ਆਪਣੀ ਦਿਮਾਗ ਦੇ ਵਿੱਚ ਤੇ ਉਹ ਜੋ ਘਰ ਦਾ ਮੈਂਬਰ ਹੈ, ਉਹ ਉਸ ਦੇ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਆਪਣੇ ਦਿਮਾਗ ਦੇ ਵਿੱਚ ਉਹ ਉਸ ਦੇ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਪਰ ਗੁਰਮੁਖ ਪਿਆਰਿਓ, ਇਹ ਹਮਦਰਦੀ ਨਹੀਂ ਹੈ, ਇਹ ਤੇ ਉਸ ਜੀਵਨ ਨੂੰ ਇੱਕ ਫਸਾਉਣ ਦਾ ਤਰੀਕਾ ਚੱਲ ਪਿਆ, ਉਸ ਜੀਵਨ ਨੂੰ ਫਸਾਉਣ ਦਾ ਸਾਧਨ ਚੱਲ ਪਿਆ। ਇਹ ਹਮਦਰਦੀ ਨਹੀਂ ਹੈ ਉਸ ਦੀ। ਕਿਉਂ? ਉਧਰੋਂ ਤੇ ਉਹ ਉਸ ਦਾ ਲਾਸਟ ਸਵਾਸਾਂ ਦੇ ਉੱਤੇ ਹੈ। ਆਪਣੀ ਗੁਰੂ ਦੀ ਕੋਸ਼ਿਸ਼ ਹੁੰਦੀ ਹੈ, ਗੁਰਮੁਖਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜੀਵ ਦਾ ਲਾਸਟ ਸਵਾਸ ਦੇ ਉੱਤੇ ਵਾਹਿਗੁਰੂ ਹੋਵੇ। ਪਰ ਉਹ ਅਣਜਾਣ ਜੀਵ, ਉਹ ਮਨਮੱਤੀਏ ਜੀਵ ਕੀ ਕਰਦੇ ਆ? ਪਿਤਾ ਦਾ ਧਿਆਨ ਖਿੱਚ ਘੂ ਕੇ ਮਕਾਨ ਦੇ ਵਿੱਚ ਲੈ ਜਾਂਦੇ ਆ, ਅਤੇ ਪਿਤਾ ਦਾ ਧਿਆਨ ਮਕਾਨ ਦੇ ਵਿੱਚ ਚਲਾ ਜਾਂਦਾ ਹੈ। ਉਧਰੋਂ ਸਵਾਸ ਲਾਸਟ ਹੁੰਦਾ ਹੈ। ਫਿਰ ਪਾਤਸ਼ਾਹ ਕਹਿੰਦੇ ਆ ਗੁਰਬਾਣੀ ਦੇ ਵਿੱਚ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੂਨ ਵੱਲ ਵੱਲ ਅਵਤਰੈ। ਹੁਣ ਕੀਤੀ ਹਮਦਰਦੀ ਸੀ, ਪਰ ਗੁਰਬਾਣੀ ਦੇ ਅਨੁਸਾਰ ਉਹ ਜੀਵ ਦਾ ਅਗਲਾ ਜਨਮ ਪ੍ਰੇਤ ਦਾ ਬਣ ਗਿਆ। ਹੁਣ ਦੱਸੋ, ਅਸੀਂ ਸਾਡੇ ਪਿਤਾ ਨਾਲ, ਸਾਡੇ ਸੰਗੀ ਨਾਲ, ਸਾਡੇ ਸਾਥੀ ਨਾਲ ਕੀ ਹਮਦਰਦੀ ਪ੍ਰਗਟ ਕੀਤੀ? ਜੇ ਇਹ ਨਹੀਂ ਕਰਨਗੇ ਤਾਂ ਸਾਡੇ ਅਣਜਾਣ ਜੀਵ ਹੋਰ ਕੀ ਕਰਦੇ ਆ? ਇੱਕ ਹੋਰ ਵਚਨ ਚੁੱਕ ਲੈਂਦੇ ਕਿ ਇਹ ਸਾਡਾ ਪਰਿਵਾਰ ਦਾ ਮੈਂਬਰ ਚਲਾ ਗਿਆ, ਇੰਨੀ ਉਮਰ ਨਹੀਂ ਸੀ, ਸਾਡੇ ਤੇ ਘਰ ਦਾ ਖਾਣਾ ਹੀ ਖਰਾਬ ਹੋ ਜਾਣਾ ਹੈ, ਕੌਣ ਬੱਚਿਆਂ ਨੂੰ ਸਾਂਭੂਗਾ? ਮੇਰੇ ਵੀਰ ਦੇ ਛੋਟੇ ਛੋਟੇ ਬੱਚੇ ਆ, ਡੈਡੀ ਇੱਥੇ ਹੋਏਗਾ ਇਹਨਾਂ ਨੂੰ ਸਾਂਭ ਲੈਂਦਾ, ਮਾਤਾ ਇੱਥੇ ਹੁੰਦੀ ਇਹਨਾਂ ਨੂੰ ਸਾਂਭ ਲੈਂਦੀ, ਇਹ ਤੇ ਬੱਚੇ ਹੀ ਰੁਲ ਜਾਣਗੇ। ਜਦੋਂ ਕਿ ਆਪਾਂ ਨੂੰ ਪਤਾ ਹੈ ਬੱਚੇ ਕਿਸੇ ਦੇ ਨਹੀਂ ਰੁਲਦੇ, ਬੱਚਿਆਂ ਨੂੰ ਮਾਲਕ ਪਾਲਦਾ, ਮਾਲਕ ਦੀ ਸ਼ਕਤੀ ਹੈ ਬੱਚਿਆਂ ਨੂੰ ਪਾਲਣਾ। ਬੱਚੇ ਤੇ ਉਹਨਾਂ ਦੇ ਨਹੀਂ ਗੁਰਮੁਖ ਪਿਆਰਿਓ ਰੁਲਦੇ ਜੋ ਜੰਮ ਕੇ ਰੂੜੀ ਤੇ ਸੁੱਟ ਆਉਂਦੇ ਆ। ਬੱਚੇ ਤਾਂ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਵੀ ਪਾਲ ਲੈਂਦਾ।
ਤੁਹਾਡੇ ਤੇ ਤੁਹਾਡੇ ਘਰ ਦੇ ਵਿੱਚ ਬੈਠੇ ਆ, ਪਰ ਅਗਿਆਨਤਾ ਦੇ ਵਸ ਉਹਨਾਂ ਨੇ ਉਸ ਜੀਵ ਦਾ ਧਿਆਨ ਕਿੱਧਰ ਲੈ ਕੇ ਆ ਗਏ? ਬੱਚਿਆਂ ਦੇ ਵੱਲ ਆ ਗਏ, ਜਾਂ ਪਰਿਵਾਰ ਦੇ ਵੱਲ ਆ ਗਏ। ਫਿਰ ਪਾਤਸ਼ਾਹ ਕਹਿ ਰਹੇ ਆ, ਉਧਰੋਂ ਅੰਤਮ ਸਮਾਸ ਹੁੰਦਾ, ਉਧਰੋਂ ਧਿਆਨ ਪਰਿਵਾਰ ਦੇ ਮੈਂਬਰਾਂ ਨੇ ਬੱਚਿਆਂ ਦੇ ਵੱਲ ਲੈ ਕੇ ਆ ਗਏ। ਫਿਰ ਪਾਤਸ਼ਾਹ ਕਹਿੰਦੀ ਹੈ, ਐਸੀ ਚਿੰਤਾ ਮੈਂ ਜੋ ਮਰੇ। ਕਹਿੰਦੀ ਸੋਕਰ ਜੋਨ ਵੱਲ ਵੱਲ ਅਵਤਰ। ਕਹਿੰਦੇ ਸੂਰ ਦੀ ਜਨਮ ਮਿਲ ਜਾਣਾ। ਗੱਲ ਮੁੱਕਦੀ ਕਿ ਜੋ ਕੁਝ ਵੀ ਅਸੀਂ ਲਾਸਟ ਅੰਤਮ ਵੇਲੇ ਅਗਿਆਨਤਾ ਦੇ ਵਸ, ਉਹਦਾ ਨਹੀਂ ਕਿ ਮੈਂ ਕਹਿੰਦਾ ਕਿ ਕੋਈ ਜਾਣ ਬੁੱਝ ਕੇ ਕਰਦੇ, ਪਰ ਅਗਿਆਨਤਾ ਦੇ ਵਸ, ਪਤਾ ਨਹੀਂ, ਨਾ ਪਤਾ ਹੋਣ ਕਰਕੇ ਗੁਰਮੁਖ ਪਿਆਰਿਓ, ਅਸੀਂ ਸਾਡੇ ਬਜ਼ੁਰਗਾਂ ਦਾ ਅੰਤਮ ਵੇਲਾ ਨਹੀਂ ਸੰਭਾਲ ਸਕਦੇ, ਅੰਤਮ ਵੇਲੇ ਨੂੰ ਖਰਾਬ ਕਰ ਦਿੰਦੇ ਆ। ਅੱਗੇ ਵਾਸਤੇ ਹੁਣ ਜਿੰਨੇ ਜੀਵ ਸੁਣਦੇ ਆ, ਜਾਂ ਆਪਣੇ ਸੰਗੀ ਸਾਥੀਆਂ ਨੂੰ, ਦੋਸਤਾਂ ਮਿੱਤਰਾਂ ਨੂੰ, ਪਰਿਵਾਰਕ ਮੈਂਬਰਾਂ ਨੂੰ, ਸਾਰਿਆਂ ਦੇ ਨਾਲ ਵਿਚਾਰ ਕਰਨੀ ਹੈ ਕਿ ਸਾਡਾ ਜੀਵ ਕੋਈ ਵੀ ਇਸ ਹਾਲਤ ਦੇ ਵਿੱਚ, ਇਸ ਸਮੇਂ ਦੇ ਵਿੱਚ, ਇਸ ਦਸ਼ਾ ਦੇ ਉੱਤੇ ਹੋਵੇ ਤਾਂ ਉਸ ਵੇਲੇ ਆਪਣਾ ਫਰਜ਼ ਬਣਦਾ ਸਾਰੇ ਪਰਿਵਾਰ ਦਾ ਕੋਲ ਬਹਿ ਕੇ ਸਿਮਰਨ ਕਰਨ ਦਾ। ਪਤਾ ਨਹੀਂ ਉਹ ਜੀਵ ਔਖੇ ਵੇਲੇ 1 ਦਿਨ ਕੱਟਦਾ, ਪਤਾ ਨਹੀਂ 2 ਦਿਨ ਕੱਟਦਾ, ਪਤਾ ਨਹੀਂ 2 ਘੰਟੇ ਕੱਟਦਾ, ਪਤਾ ਨਹੀਂ 4 ਘੰਟੇ ਕੱਟਦਾ। ਉਸ ਵੇਲੇ ਉਸ ਦੀ ਮਦਦ ਕਰਨੀ ਗੁਰਮੁਖ ਪਿਆਰਿਓ ਅਤੀ ਜ਼ਰੂਰੀ ਹੈ। ਫਿਰ ਅਸੀਂ ਧੀ ਹੋਣ ਦਾ, ਪੁੱਤ ਹੋਣ ਦਾ, ਭਰਾ ਹੋਣ ਦਾ, ਔਰਤ ਹੋਣ ਦਾ, ਪਤੀ ਹੋਣ ਦਾ ਫਰਜ਼ ਸਾਡਾ ਅਦਾ ਹੋਏਗਾ। ਫਿਰ ਇਹ ਸਾਡਾ ਫਰਜ਼ ਅਦਾ ਹੋਏਗਾ ਜੇ ਕਿਤੇ ਅਸੀਂ ਉਸ ਦੇ ਅੰਤਮ ਵੇਲੇ ਨੂੰ ਸੰਭਾਲ ਲੈਂਦੇ ਹਾਂ ਗੁਰਮੁਖ ਪਿਆਰਿਓ। ਨਹੀਂ ਤੇ ਸਮਝ ਲਓ ਤੇ ਅਸੀਂ ਆਪਣੇ ਜੀਵ ਨੂੰ ਜਾਣ ਬੁੱਝ ਕੇ ਇਸ ਦਿਸ਼ਾ ਦੇ ਵੱਲ ਲੈ ਗਏ ਕਿ ਉਹ 84 ਲੱਖ ਜੂਨ ਦੇ ਵਿੱਚੋਂ ਵਿਚਾਰਾ ਨਿਕਲ ਕੇ ਆਇਆ ਸੀ ਤੇ ਦੁਬਾਰਾ ਫਿਰ 84 ਲੱਖ ਜੂਨ ਦੇ ਵਿੱਚ ਪੈ ਗਿਆ। ਫਿਰ ਸਾਡੀ ਜੋ ਡਿਊਟੀ ਲਾਈ ਸੀ ਪਿਤਾ ਨੇ, ਅਸੀਂ ਆਪਣੀ ਡਿਊਟੀ ਨੂੰ ਪੂਰਾ ਨਹੀਂ ਕੀਤਾ। ਅਸੀਂ ਆਪਣੇ ਗੁਰੂ ਦੇ ਵਚਨ ਨਹੀਂ ਮੰਨੇ ਗੁਰਮੁਖ ਪਿਆਰੇ। ਕਿਹੜੇ ਵਚਨ? ਪਾਤਸ਼ਾਹ ਨੇ ਸਾਡੀ ਡਿਊਟੀ ਲਾਈ ਸੀ, ਆਪ ਜਪੈ ਅਵਰਾ ਨਾਮ ਜਪਾਵੇ। ਅਸੀਂ ਗੁਰਮੁਖ ਪਿਆਰਿਓ ਆਪ ਵੀ ਜਪਣਾ ਸੀ ਅਤੇ ਆਪਣੇ ਉਸ ਸੰਗੀ ਸਾਥੀ ਨੂੰ ਵੀ ਨਾਮ ਜਪਾਉਣਾ ਸੀ, ਤਾਂ ਕਿ ਉਸ ਦਾ ਅੰਤਮ ਵੇਲਾ ਸਾਂਭਿਆ ਜਾ ਸਕੇ। ਇਸ ਕਰਕੇ ਦਾਸ ਦੀ ਬੇਨਤੀ ਹੈ ਕਿ ਜਿੰਨੇ ਵੀ ਆਪਣੇ ਸੰਗੀ ਸਾਥੀ, ਸਾਰਿਆਂ ਦੇ ਨਾਲ ਇਹ ਬਹਿ ਕੇ ਵਿਚਾਰ ਕਰਿਓ। ਅਤੇ ਇਸ ਦੇ ਨਾਲ ਇੱਕ ਹੋਰ ਗੱਲ ਯਾਦ ਆਈ, ਉਹ ਵੀ ਅਤੀ ਜ਼ਰੂਰੀ ਹੈ। ਕਿਹੜੀ? ਗੁਰਮੁਖ ਪਿਆਰਿਓ, ਜੋ ਆਪਾਂ ਅਭਿਆਸੀ ਜੀਵਾਂ, ਅਭਿਆਸ ਕਰ ਰਹੇ ਹਾਂ, ਆਪਾਂ ਨੂੰ ਇੰਤਜ਼ਾਰ ਹੁੰਦਾ ਨਵੇਂ ਜੀਵਾਂ ਨੂੰ ਕਿ ਸਾਡੇ ਅੰਦਰ ਅਨਹਦ ਨਾਦ, ਅਨਹਦ ਬਾਣੀ, ਸਹਿਜ ਧੁਨ, ਸ਼ਬਦ ਕਨੇਰੇ ਪ੍ਰਗਟ ਹੋਣ। ਇਹ ਆਪਾਂ ਨੂੰ ਆਸ਼ਾ ਹੈ, ਉਮੀਦ ਹੈ। ਅਤੇ ਇਹ ਵੀ ਯਾਦ ਰੱਖਿਓ ਕਿ ਜੋ ਜੀਵ ਅੰਤਮ ਵੇਲੇ ਹੁੰਦਾ, ਅੰਤਮ ਵੇਲੇ ਗੁਰਮੁਖ ਪਿਆਰਿਓ ਅਨਹਦ ਬਾਣੀ ਹਰ ਇੱਕ ਜੀਵ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਭਾਵੇਂ ਉਹ ਅਭਿਆਸੀ ਜੀਵ ਹੈ, ਧਾਰਮਿਕ ਜੀਵ ਹੈ, ਧਰਮੀ ਜੀਵ ਹੈ, ਤੇ ਜਾਂ ਫਿਰ ਪਾਪੀ ਜੀਵ ਹੈ, ਕੋਈ ਵੀ ਹੋਵੇ, ਅੰਤਮ ਵੇਲੇ ਗੁਰਮੁਖ ਪਿਆਰਿਓ ਉਸ ਦੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਂਦੀ ਹੈ। ਸ਼ਬਦ ਕਨੇਰੇ ਪ੍ਰਗਟ ਹੋ ਜਾਂਦੇ ਹੈ, ਤੂਰ ਪ੍ਰਗਟ ਹੋ ਜਾਂਦਾ ਹੈ। ਕਿਉਂ ਪ੍ਰਗਟ ਹੁੰਦਾ ਹੈ? ਇੱਥੇ ਸੰਗਤ ਨੇ ਕਹਿਣਾ ਹੈ, ਵੀਰ ਜੀ ਉਹ ਕਿਹੜਾ ਨਾਮ ਜਪਦਾ ਸੀ? ਨਾਮ ਜਪਣ ਵਾਲੇ ਦੇ ਵੀ ਪ੍ਰਗਟ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਗੁਰਮੁਖ ਪਿਆਰਿਓ ਅਸੀਂ ਰੋਜ਼ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਾਡਾ ਪਿਤਾ ਨਿਰਵੈਰ ਹੈ। ਸਾਡੇ ਪਿਤਾ ਦਾ ਕਿਸੇ ਨਾਲ ਵੈਰ ਨਹੀਂ। ਅਸੀਂ ਜਾਂ ਚੰਗੇ ਹਾਂ ਜਾਂ ਮਾੜੇ ਹਾਂ, ਆਪਣੇ ਪਿਤਾ ਦੇ ਬੱਚੇ ਹਾਂ। ਏਕ ਪਿਤਾ ਏਕ ਸਕੇ ਹਮ ਬਾਰਿਕ।
ਇੱਕ ਆਪਣਾ ਪਿਤਾ, ਇੱਕ ਦੇ ਆਪਾਂ ਬੱਚੇ ਆ। ਜਿੱਦਾਂ ਇੱਥੇ ਦ੍ਰਿਸ਼ਟਮਾਨ ਦੇ ਵਿੱਚ, ਜਿੱਦਾਂ ਦ੍ਰਿਸ਼ਟਮਾਨ ਦੇ ਵਿੱਚ ਗੁਰਮੁਖ ਪਿਆਰਿਓ, ਪਿਤਾ ਆਪਣੇ ਬੱਚਿਆਂ ਨੂੰ ਬਰਾਬਰ ਪਿਆਰ ਕਰਦਾ, ਜਾਂ ਕੋਈ ਚੰਗਾ ਹੈ ਜਾਂ ਕੋਈ ਮਾੜਾ ਹੈ। ਮਾੜੇ ਬੱਚੇ ਦਾ ਵੀ ਪਿਤਾ ਦਰਦ ਨਹੀਂ ਸਹਿ ਸਕਦਾ, ਮਾਤਾ ਦਰਦ ਨਹੀਂ ਸਹਿ ਸਕਦੀ। ਇਸੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਵੀ ਸਾਡਾ ਦਰਦ ਨਹੀਂ ਸਹਿ ਸਕਦਾ ਗੁਰਮੁਖ ਪਿਆਰਿਓ, ਨਹੀਂ ਸਹਿ ਸਕਦਾ। ਨਾ ਦਰਦ ਸਹਿਣ ਕਰਕੇ ਸਾਡੇ ਪਿਤਾ ਨੂੰ ਉਸ ਦੇ ਅੰਦਰ ਸ਼ਬਦ ਪ੍ਰਗਟ ਕਰਨੇ ਹੀ ਪੈਂਦੇ ਆ। ਉਸ ਜੀਵ ਦੇ ਅੰਦਰ ਸ਼ਬਦ ਪ੍ਰਗਟ ਕਰਨੇ ਹੀ ਪੈਂਦੇ ਆ ਗੁਰਮੁਖ ਪਿਆਰਿਓ, ਤਾਂ ਕਿ ਉਹ ਜੀਵ ਭੁੱਲਿਆ ਭਟਕਿਆ। ਪਹਿਲਾਂ ਤੇ ਉਸਨੇ ਨਾਮ ਨਹੀਂ ਜਪਿਆ, ਪਹਿਲਾਂ ਤੇ ਉਸਨੇ ਕੁਝ ਨਹੀਂ ਕੀਤਾ, ਉਸਨੇ ਸੋਝੀ ਨਹੀਂ ਲਈ। ਕੀ ਪਤਾ ਹੁਣ ਮੈਂ ਉਸ ਨੂੰ ਆਵਾਜ਼ ਮਾਰ ਲਵਾਂ, ਉਹ ਮੇਰਾ ਪੁੱਤਰ ਮੇਰੀ ਆਵਾਜ਼ ਸੁਣ ਕੇ ਕਿਤੇ ਹੁਣ ਵੀ ਮਹਿਲਾਂ ਦੇ ਵੱਲ ਆ ਜਾਵੇ। ਕੀ ਪਤਾ ਭੁੱਲਿਆ ਭੁਲੇਖਿਆ ਮੇਰੀ ਉਸ ਨੂੰ ਯਾਦ ਆ ਜਾਵੇ, ਅੰਤਮ ਸਮੇਂ ਤੇ ਹੁਣ ਵੀ ਉਹ ਮਹਿਲਾਂ ਵੱਲ ਆ ਜਾਵੇ। ਇਸ ਕਰਕੇ ਗੁਰਮੁਖ ਪਿਆਰਿਓ, ਪਾਤਸ਼ਾਹ ਹਰ ਇੱਕ ਜੀਵ ਦੇ ਅੰਦਰ ਸ਼ਬਦ ਪ੍ਰਗਟ ਕਰਦਾ। ਜਦੋਂ ਸ਼ਬਦ ਪ੍ਰਗਟ ਹੁੰਦੇ ਹੈ, ਤੁਸੀਂ ਕਹੋਗੇ ਵੀਰ ਜੀ ਮਹਿਲਾਂ ਵੱਲ ਆਉਣ ਦਾ ਤੇ ਸ਼ਬਦਾਂ ਦਾ ਕੀ ਮਤਲਬ? ਮਹਿਲਾਂ ਵੱਲ ਆਉਣ ਦਾ ਤੇ ਸ਼ਬਦ ਪ੍ਰਗਟ ਦਾ ਕੀ ਮਤਲਬ? ਇਸ ਦਾ ਮਤਲਬ ਇਹ ਹੈ ਗੁਰਮੁਖ ਪਿਆਰਿਓ, ਆਪਾਂ ਮਾਤ ਲੋਕ ਦੇ ਵਿੱਚ ਬੈਠੇ ਹਾਂ, ਆਪਣੀ ਭਾਸ਼ਾ ਪੰਜਾਬੀ ਹੈ, ਆਪਣਾ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਦੂਜੇ ਨਾਲ ਵਾਰਤਾ ਕਰ ਰਹੇ ਹਾਂ। ਕਿਸੇ ਦੀ ਹਿੰਦੀ ਹੈ, ਕਿਸੇ ਦੀ ਅੰਗਰੇਜ਼ੀ ਹੈ, ਕਿਸੇ ਦੀ ਮਰਾਠੀ ਹੈ। ਇਸੇ ਤਰੀਕੇ ਨਾਲ ਇਹ ਭਾਸ਼ਾ ਹੈ ਜਿਹੜੀ, ਇਹ ਹੈ ਮਾਤ ਲੋਕ ਦੀ। ਇਹ ਭਾਸ਼ਾ ਨੂੰ ਕਹਿੰਦੇ ਹੈ ਅਗਨ ਬਿੰਬ ਪਵਨੈ ਕੀ ਬਾਣੀ। ਇਹ ਹੈ ਅਗਨ ਬਿੰਬ ਪਵਨੈ ਕੀ ਬਾਣੀ। ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਭਾਸ਼ਾ ਹੈ, ਉਹ ਹੈ ਪਰਲੋਕ ਦੀ ਗੁਰਮੁਖ ਪਿਆਰਿਓ। ਆਪਦੀ ਭਾਸ਼ਾ ਨੂੰ ਪਿਤਾ ਸਾਡਾ ਆਪ ਹੀ ਸਮਝਦਾ, ਫਿਰ ਅਸੀਂ ਕਿੱਦੋਂ ਸਮਝਾਂਗੇ? ਅਸੀਂ ਕਿੱਦਾਂ ਸਮਝਾਂਗੇ? ਅਸੀਂ ਉਦੋਂ ਸਮਝਾਂਗੇ ਗੁਰਮੁਖ ਪਿਆਰਿਓ, ਜਦੋਂ ਅਸੀਂ ਲੋਕ ਛੱਡ ਕੇ ਪਰਲੋਕ ਦੇ ਵਿੱਚ ਚਲੇ ਜਾਵਾਂਗੇ। ਕਿਉਂ? ਕਿਉਂਕਿ ਫਿਰ ਉੱਥੋਂ ਦੇ ਅਸੀਂ ਵਾਸੀ ਹੋ ਜਾਵਾਂਗੇ। ਅੰਤਮ ਵੇਲੇ ਅਸੀਂ ਇਸ ਲੋਕ ਨੂੰ ਛੱਡ ਜਾਂਦੇ ਹਾਂ। ਇਸ ਲੋਕ ਨੂੰ ਛੱਡ ਕੇ ਜਦੋਂ ਅਸੀਂ ਪਰਲੋਕ ਦੇ ਵਿੱਚ ਜਾਂਦੇ ਹਾਂ, ਉਦੋਂ ਸਾਡਾ ਪਿਤਾ ਆਪਣੀ ਭਾਸ਼ਾ ਦੇ ਵਿੱਚ, ਆਪਾਂ ਇੱਥੇ ਸਮਝਾਉਣ ਦੇ ਲਈ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਿ ਸ਼ਬਦ ਨੇ ਸਹਿਜ ਧੁਨ ਹੈ, ਅਨਹਦ ਬਾਣੀ ਹੈ, ਸ਼ਬਦ ਘਨੇਰੇ ਹੈ, ਨਾਦ ਹੈ, ਤੂਰ ਹੈ, ਨਾਮ ਹੈ। ਅਤੇ ਪਾਤਸ਼ਾਹ ਨੇ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਆਵਾਜ਼ ਮਾਰਨੀ ਹੈ ਕਿ ਪੁੱਤ ਤੈਨੂੰ ਬੜੀ ਦੇਰ ਹੋ ਗਈ ਘਰੋਂ ਗਏ ਨੂੰ, ਮੈਂ ਤੈਨੂੰ ਉਡੀਕਦਾ ਬੜੀ ਦੇਰ ਦਾ। ਤੈਨੂੰ ਮੈਂ ਇਨਸਾਨ ਦਾ ਜਾਮਾ ਦਿੱਤਾ, ਮਾਨਸ ਦਾ ਜਾਮਾ ਦਿੱਤਾ, ਤੇਰੇ ਲਈ ਗੁਰਮੁਖਾਂ ਦੀ ਡਿਊਟੀ ਲਾਈ ਸਮਝਾਉਣ ਦੀ। ਤੇਰੇ ਲਈ ਵੱਡੇ ਵੱਡੇ ਵੇਦ ਗ੍ਰੰਥ ਸ਼ਾਸਤਰ ਤਿਆਰ ਕੀਤੇ ਗਏ, ਤਾਂ ਕਿ ਮੇਰੇ ਬੱਚੇ ਭੁੱਲੇ ਭਟਕੇ ਨੇ ਇਹ ਸੋਝੀ ਲੈ ਕੇ, ਸਮਝ ਲੈ ਕੇ ਇਹ ਵਾਪਸ ਆਪਣੇ ਘਰ ਨੂੰ ਆ ਜਾ। ਅਤੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਵੀ ਆਪਾਂ ਨੂੰ ਸਾਰਿਆਂ ਨੇ ਸੁਣੀਏ, ਪਾਤਸ਼ਾਹ ਕਹਿ ਰਿਹਾ ਗੁਰਬਾਣੀ ਦੇ ਵਿੱਚ, ਮਨ ਪਰਦੇਸੀ ਵੇ ਆਓ ਘਰੇ। ਇਹ ਗੱਲ ਅਨਹਦ ਸ਼ਬਦਾਂ ਦੇ ਵਿੱਚ ਪਾਤਸ਼ਾਹ ਇਸ ਜੀਵ ਨੂੰ ਕਹਿੰਦੇ ਆ ਕਿ ਪੁੱਤਰਾ ਤੇਰੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ, ਪੁੱਤਰਾ ਤੇਰੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ, ਤੂੰ ਆ, ਅਜੇ ਵੀ ਘਰ ਨੂੰ ਆ ਜਾ, ਅਜੇ ਵੀ ਕੁਝ ਨਹੀਂ ਵਿਗੜਿਆ। ਕਿਹਨਾਂ ਦਾ ਨਹੀਂ ਵਿਗੜਿਆ? ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਦੇ ਆ, ਜਾਂ ਨਾਮ ਜਪ ਲੈਣ ਜਾਂ ਨਾਮ ਦੇ ਨਾਲ ਜੁੜ ਜਾਣ, ਅਜੇ ਵੀ ਜੁੜ ਜਾਓ ਨਾਮ ਦੇ ਨਾਲ। ਪਾਤਸ਼ਾਹ ਕਹਿੰਦੇ ਕੁਛ ਨਹੀਂ ਵਿਗੜਿਆ। ਗੁਰਬਾਣੀ ਦਾ ਫਰਮਾਨ ਹੈ, ਅਜ ਹੂੰ ਕਛ ਬਿਗੜਿਓ ਨਹੀਂ,
जो प्रभ गुण गावे। पातशाह कहते अजे भी कुछ नहीं बिगड़िया, जे तू अजे भी हुण भी तू उस मालिक के गुण गाने शुरू कर देवें। पुत्र कुछ नहीं बिगड़िया, अजे भी तू आ अपने घर नूं फेरा पा लै। गुरमुख प्यारिओ, इस करके कोशिश सी दस दी कि अंतम वेले नूं आपां ने इस तरीके नाल संभालना। साडा पिता अंतम वेले सानू आवाज़ां मारदा है, अंतम वेले तक सानू अड़ीकदा है कि मेरा बच्चा हुण भी घर आ जावे, हुण भी घर आ जावे, हुण भी घर आ जावे। गुरमुख प्यारिओ, सच जाणिओ, जदों गुरबाणी दी पड़चोल करोगे, जदों गुरबाणी नूं विचारोगे, ਤਾਂ ਜਿੱਦਾਂ ਕੋਈ ਇੱਥੇ ਆਪਣੀ ਦ੍ਰਿਸ਼ਟਮਾਨ ਦੇ ਵਿੱਚ ਮਾਤਾ ਪਿਤਾ ਆਪਾਂ ਨੂੰ ਪਿਆਰ ਕਰਦੇ ਹੈ ਨਾ, ਜਿਹਦੀ ਆਪਾਂ ਦੇਖ ਲੈਂਦੇ ਹਾਂ ਕਿ ਫਲਾਣੇ ਦੀ ਮਾਤਾ ਤੇ ਬਹੁਤ ਜ਼ਿਆਦਾ ਪਿਆਰ ਕਰਦੀ ਹੈ, ਉਸ ਮਾਤਾ ਦੇ ਨਾਲੋਂ ਵੀ ਕਈ ਕਰੋੜ ਗੁਣਾ ਜ਼ਿਆਦਾ ਸਾਡਾ ਪਿਤਾ ਸਾਨੂੰ ਪਿਆਰ ਕਰਦਾ ਹੈ। ਗੁਰਮੁਖ ਪਿਆਰਿਓ, ਸਾਡਾ ਪਿਤਾ ਆਪ ਹੀ ਸਾਡਾ ਪਿਤਾ ਹੈ, ਆਪ ਹੀ ਸਾਡੀ ਮਾਤਾ है। पातशाह कह रहे है हर जी पिता, हर जी माता। वो पिता भी आप ही है, माता भी आप ही है साडी, सानू आवाज़ां भी मारदा है। उदा नहीं पातशाह ने गुरबाणी दे विच समझाउण दी कोशिश कीती। इन्ना प्यार पातशाह ने पता कित्थे जताया है? जदों तुसीं महसूस करोगे, विचार करोगे। पातशाह सानू कहंदे है पुत्र तू ऐदां कर, अपने घर वाल नूं चाले पा। पर अपने घर वाल नूं चाले पाउण दे लई पुत्र तू ऐदां कर, बस एक पैंडा, एक कदम पुट लै तू। जे तू एक कदम पुट लिया, मैनू पता लग गया कि मेरे पुत ने पहल कर दित्ती अपने घर वाल आउण दी। उस दे अंदर तड़फ है, उस दे अंदर तांग है। ਤਾਂ ਗੁਰਮੁਖ ਪਿਆਰਿਓ, ਫਿਰ ਪਾਤਸ਼ਾਹ ਪਤਾ ਕੀ ਕਹਿੰਦੇ ਆ? ਪਾਤਸ਼ਾਹ ਕਹਿ ਰਹੇ ਹੈ ਪੁੱਤਰ ਤੂੰ ਇੱਕ ਕਦਮ ਪੱਟ, ਮੈਂ 200 400 1000 ਲੱਖ ਕਦਮ ਨਹੀਂ। ਪਾਤਸ਼ਾਹ ਕਹਿ ਰਹੇ ਹੈ ਪੁੱਤਰ ਮੈਂ ਤੈਨੂੰ ਕਰੋੜਾਂ ਕਦਮ ਚੱਲ ਕੇ ਲੈਣ ਦੇ ਲਈ ਆਵਾਂਗਾ। ਇੰਨਾ ਪਿਆਰ ਆਪਾਂ ਨੂੰ ਆਪਣਾ ਪਿਤਾ ਕਰਦਾ ਹੈ। ਗੁਰਮੁਖ ਪਿਆਰਿਓ, ਇੰਨਾ ਪਿਆਰ ਆਪਾਂ ਨੂੰ ਆਪਣਾ ਪਿਤਾ ਕਰਦਾ। ਪਾਤਸ਼ਾਹ ਗੁਰਬਾਣੀ ਦੇ ਵਿੱਚ ਕਹਿੰਦੇ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਕਹਿੰਦੇ ਪੁੱਤਰਾ ਤੂੰ ਇੱਕ ਪੈਂਡਾ ਬਸ ਮਾਲਕ ਦੀ ਸ਼ਰਨ ਦੇ ਵਿੱਚ, ਮਾਲਕ ਦੇ ਚਰਨਾਂ ਦੇ ਵੱਲ ਨੂੰ ਤੂੰ ਇੱਕ ਪੈਂਡਾ ਵੱਧ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕੋਟ ਕਹਿੰਦੇ ਆ ਕਰੋੜਾਂ ਨੂੰ। ਗੁਰਮੁਖ ਪਿਆਰਿਓ, ਕਰੋੜ ਨੂੰ ਕਹਿੰਦੇ ਸਤਿਗੁਰੂ ਕਰੋੜ ਪੈਂਡਾ ਅੱਗੇ ਹੋ ਕੇ ਤੈਨੂੰ ਲੈਣ ਦੇ ਲਈ ਆਏਗਾ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਦੇਖੋ ਮੇਰਾ ਪਿਤਾ ਕਿੱਡਾ ਕਿਰਪਾਲੂ ਹੈ, ਕਿੱਡਾ ਦਿਆਲੂ ਹੈ। ਪਰ ਅਸੀਂ ਕੀ ਕਹਿ ਦਿੰਦੇ ਹਾਂ? ਮੇਰੇ ਨਾਲ ਤੇ ਰੱਬ ਨੇ ਬਹੁਤ ਮਾੜੀ ਕੀਤੀ। ਪਤਾ ਨਹੀਂ ਰੱਬਾ ਤੂੰ ਮੇਰੇ ਇੰਨੇ ਮਾੜੇ ਲੇਖ ਕਿਉਂ ਲਿਖੇ ਆ? ਗੁਰਮੁਖ ਪਿਆਰਿਓ, ਇਹ ਭੋਲੇ ਜੀਵ ਨੂੰ ਇਹ ਨਹੀਂ ਪਤਾ ਕਿ ਉਹ ਪਿਤਾ ਪਰਮਾਤਮਾ ਤੇਰੇ ਮਾੜੇ ਲੇਖ ਨਹੀਂ ਲਿਖਦਾ। ਲੇਖ ਤੇ ਤੂੰ ਆਪਣੇ ਆਪ ਲਿਖਦੇ।